ਐ ਪ੍ਰਭੂ ਤੂੰ ਨੇੜੇ ਹੈ ਅਤੇ ਤੇਰੇ ਸਾਰੇ ਰਾਹ ਸੱਤ ਹਨ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣਾਂ ਤੇ ਬੱਚਿਓ, ਅੱਜ 11 ਦਸੰਬਰ ਹੈ ਅਤੇ ਆਮਦ ਦੇ ਦੂਸਰੇ ਹਫ਼ਤੇ ਦਾ ਅੱਜ ਸ਼ੁੱਕਰਵਾਰ ਹੈ। ਅੱਜ ਦੇ ਪਾਕ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਮੈਂ ਇਸ ਪੀੜ੍ਹੀ ਦੀ ਤੁਲਨਾ ਕਿਸ ਦੇ ਨਾਲ ਕਰਾਂ। ਪ੍ਰਭੂ ਕਹਿੰਦੇ ਨੇ ਇਸ ਪੀੜ੍ਹੀ ਦੀ ਤੁਲਨਾ ਮੈਂ ਕਿਸ ਨਾਲ ਕਰਾਂ, ਕਿਉਂਕਿ ਇਹਨਾਂ ਦਾ ਹਾਲ ਗਲੀ ਵਿੱਚ ਬੈਠੇ ਬੱਚਿਆਂ ਵਰਗਾ ਹੈ, ਜਿਹੜੇ ਹਾਂ ਦੇ ਵਿੱਚ ਹਾਂ ਮਿਲਾਉਂਦੇ ਹਨ, ਪਰ ਜੋ ਇਹਨਾਂ ਨੂੰ ਕਰਨਾ ਚਾਹੀਦਾ ਉਹ ਕਰਦੇ ਨਹੀਂ ਹਨ। ਆਓ ਅਸੀਂ ਖੁਦਾ ਦੀ ਬਾਣੀ ਦੇ ਵੱਲ ਧਿਆਨ ਦਈਏ ਅਤੇ ਵੇਖੀਏ ਕਿ ਕਿੱਥੇ ਸਾਨੂੰ ਸਟੈਂਡ ਲੈਣ ਦੀ ਲੋੜ ਹੈ, ਆਪਣੇ ਨਿੱਜੀ ਜੀਵਨ ਦੇ ਵਿੱਚ ਵੀ, ਆਪਣੇ ਰੂਹਾਨੀ ਜੀਵਨ ਦੇ ਵਿੱਚ ਵੀ, ਆਪਣੇ ਸਮਾਜਿਕ ਜੀਵਨ ਦੇ ਵਿੱਚ ਵੀ। ਆਓ ਅਸੀਂ ਆਪਣੇ ਪਾਪਾਂ ਦੇ ਲਈ ਮਾਫੀ ਮੰਗੀਏ ਤਾਂ ਜੋ ਅੱਜ ਦੀ ਇਹ ਪਾਕ ਮਾਸ ਦੀ ਕੁਰਬਾਨੀ ਅਸੀਂ ਯੋਗ ਢੰਗ ਦੇ ਨਾਲ ਪ੍ਰਭੂ ਨੂੰ ਸਮਰਪਣ ਕਰ ਸਕੀਏ। ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾਵੰਦ ਖੁਦਾ ਸਾਡੇ ਉੱਤੇ ਦਇਆ ਕਰੇ ਤੇ ਸਾਡੇ ਸਭ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਵੱਲ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਆਓ ਅਸੀਂ ਉਹਨਾਂ ਸਭ ਨੂੰ ਵੀ ਯਾਦ ਕਰੀਏ ਜਿਨ੍ਹਾਂ ਨੇ ਸਾਡੀ ਪ੍ਰਾਰਥਨਾਵਾਂ ਦੀ ਮੰਗ ਕੀਤੀ ਹੈ। ਐ ਪੂਰੀ ਕੁਦਰਤ ਵਾਲੇ ਖੁਦਾ, ਅਸੀਂ ਬੇਨਤੀ ਕਰਦੇ ਹਾਂ ਕਿ ਤੇਰੇ ਤੋਂ ਉਤਪੰਨ ਇਕਲੌਤੇ ਬੇਟੇ ਦੇ ਆਉਣ ਦੇ ਲਈ ਤੇਰੇ ਲੋਕ ਹਮੇਸ਼ਾ ਚੌਕਸ ਰਹਿਣ। ਬਖਸ਼ ਦੇ ਕਿ ਅਸੀਂ ਬਲਦੇ ਦੀਵਿਆਂ ਦੇ ਨਾਲ ਸਾਡੇ ਮੁਕਤੀਦਾਤਾ ਨੂੰ ਮਿਲਣ ਦੇ ਲਈ ਉਤਾਵਲੇ ਹੋ ਕੇ ਸਾਵਧਾਨੀ ਦੇ ਨਾਲ ਅੱਗੇ ਵਧੀਏ, ਜਿਵੇਂ ਉਹ ਨਜਾਤ ਬਖਸ਼ਣ ਵਾਲੇ ਨੇ ਆਪ ਸਾਨੂੰ ਸਿਖਾਇਆ ਹੈ। ਉਹ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਦੇ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਅੱਜ ਦਾ ਪਾਠ ਯਸ਼ਾਇਆ ਨਬੀ ਦੇ ਗ੍ਰੰਥ ਵਿੱਚੋਂ ਉਸ ਦਾ 48 ਬਾਬ 17 ਤੋਂ 19 ਆਇਤ ਤੱਕ। ਪ੍ਰਭੂ ਦੀ ਆਪਣੇ ਲੋਕਾਂ ਲਈ ਯੋਜਨਾ। ਇਸਰਾਇਲ ਦਾ ਪਵਿੱਤਰ ਪੁਰਖ ਅਰਥਾਤ ਪ੍ਰਭੂ ਜੋ ਤੁਹਾਡਾ ਬਚਾਅ ਕਰਦਾ ਹੈ ਕਹਿੰਦਾ ਹੈ, ਮੈਂ ਪ੍ਰਭੂ ਤੁਹਾਡਾ ਪਰਮੇਸ਼ਵਰ ਹਾਂ। ਮੈਂ ਤੁਹਾਨੂੰ ਤੁਹਾਡੇ ਭਲੇ ਲਈ ਸਿੱਖਿਆ ਦੇਣੀ ਚਾਹੁੰਦਾ ਹਾਂ ਅਤੇ ਉਸ ਰਾਹ ਉੱਤੇ ਚੱਲਣ ਲਈ ਤੁਹਾਡੀ ਅਗਵਾਈ ਕਰਨਾ ਚਾਹੁੰਦਾ ਹਾਂ ਜਿਸ ਉੱਤੇ ਤੁਹਾਨੂੰ ਚੱਲਣਾ ਚਾਹੀਦਾ ਹੈ। ਜੇਕਰ ਤੁਸੀਂ ਮੇਰੀਆਂ ਆਗਿਆਵਾਂ ਨੂੰ ਸੁਣਦੇ ਤਾਂ ਦਰਿਆ ਦੇ ਉਸ ਪਾਣੀ ਵਾਂਗ ਅਸੀਸਾਂ ਤੁਹਾਨੂੰ ਮਿਲਦੀਆਂ ਜੋ ਕਦੀ ਸੁੱਕਦਾ ਨਹੀਂ ਹੈ, ਅਤੇ ਜਿੱਤ ਤੁਹਾਡੇ ਕੋਲ ਉਸ ਤਰ੍ਹਾਂ ਆਉਂਦੀ ਜਿਸ ਤਰ੍ਹਾਂ ਸਾਗਰ ਦੇ ਕੰਢੇ ਉੱਤੇ ਲਹਿਰਾਂ ਆਉਂਦੀਆਂ ਹਨ। ਤਦ ਤੁਹਾਡੇ ਵੰਸ਼ ਦੀ ਗਿਣਤੀ ਰੇਤ ਦੇ ਕਿਣਕਿਆਂ ਵਾਂਗ ਹੁੰਦੀ ਅਤੇ ਮੈਂ ਉਹਨਾਂ ਦਾ ਕਦੀ ਨਾ ਥਾਂ ਮਿਟਣ ਨਾ ਦਿੰਦਾ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ।
ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਮਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਪ੍ਰਭੂ ਯਿਸੂ ਨੇ ਆਖਿਆ, ਪਰ ਮੈਂ ਇਸ ਪੀੜ੍ਹੀ ਦੀ ਤੁਲਨਾ ਕਿਸ ਦੇ ਨਾਲ ਕਰਾਂ? ਇਹ ਬਾਜ਼ਾਰ ਵਿੱਚ ਬੈਠੇ ਬੱਚਿਆਂ ਦੇ ਵਾਂਗ ਹੈ, ਜੋ ਆਪਣੇ ਸਾਥੀਆਂ ਨੂੰ ਪੁਕਾਰ ਕੇ ਕਹਿੰਦੇ ਹਨ, ਅਸੀਂ ਤੁਹਾਡੇ ਲਈ ਬੰਸਰੀ ਵਜਾਈ ਅਤੇ ਤੁਸੀਂ ਨਾ ਨੱਚੇ, ਅਸੀਂ ਵਿਰਲਾਪ ਕੀਤਾ ਅਤੇ ਤੁਸੀਂ ਨਾ ਪਿੱਟੇ। ਕਿਉਂਕਿ ਯਹੂਨਾ ਨਾ ਖਾਂਦੇ ਹੋਏ ਅਤੇ ਨਾ ਪੀਂਦੇ ਹੋਏ ਆਇਆ ਅਤੇ ਉਹ ਕਹਿੰਦੇ ਹਨ, ਉਸ ਵਿੱਚ ਭੂਤ ਹੈ। ਮਨੁੱਖ ਦਾ ਪੁੱਤਰ ਖਾਂਦਾ ਅਤੇ ਪੀਂਦਾ ਆਇਆ ਅਤੇ ਉਹ ਕਹਿੰਦੇ ਹਨ, ਵੇਖੋ ਪੇਟੂ ਅਤੇ ਪਿਆਕੜ, ਮਸੂਲੀਆਂ ਅਤੇ ਪਾਪੀਆਂ ਦਾ ਦੋਸਤ। ਸੋ ਦਨਾਈ ਆਪਣੇ ਕਰਮਾਂ ਦੇ ਨਾਲ ਦਰੁਸਤ ਠਹਿਰਦੀ ਹੈ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਜਦੋਂ ਅਸੀਂ ਆਮਦ ਦੇ ਦੂਸਰੇ ਹਫਤੇ ਦੇ ਵਿੱਚ ਹਾਂ ਤੇ ਅੱਜ ਦੀ ਜਿਹੜੀ ਪਾਕ ਅੰਜੀਲ ਹੈ ਉਹ ਸਾਨੂੰ ਸੋਚਣ ਦੇ ਲਈ ਉਤਾਵਲਾ ਤੇ ਚੁਕੰਨਾ ਕਰਦੀ ਹੈ। ਅੱਜ ਦੀ ਪਾਕ ਅੰਜੀਲ ਦੇ ਵਿੱਚ ਪ੍ਰਭੂ ਨੇ ਕਿਹਾ ਕਿ ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਦੇ ਨਾਲ ਕਰਾਂ? ਕਿਉਂਕਿ ਉਸ ਸਮੇਂ ਜੋ ਲੋਕ ਸਨ, ਜੋ ਉਸ ਨੂੰ ਸੁਣਨ ਵਾਲੇ ਸਨ, ਜੋ ਉਸ ਨੂੰ ਅਬਜ਼ਰਵ ਕਰ ਰਹੇ ਸਨ, ਉਹਨਾਂ ਦਾ ਹਾਲ ਅਜਿਹਾ ਸੀ ਕਿ ਉਹ ਨਾ ਤਾਂ ਹਾਂ ਕਹਿੰਦੇ ਸਨ ਅਤੇ ਨਾ ਕਹਿੰਦੇ ਸਨ। ਯਾਨੀ ਕਿ ਦੋਗਲਾਪਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਜਿਸ ਤਰ੍ਹਾਂ ਅਸੀਂ ਪ੍ਰਕਾਸ਼ ਦੀ ਪੋਥੀ ਦੇ ਵਿੱਚ ਪੜ੍ਹਦੇ ਹਾਂ, ਉਹਦੇ ਤੀਸਰੇ ਅਧਿਆਏ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੀ ਬਾਣੀ ਦੇ ਮੁਤਾਬਕ ਪ੍ਰਕਾਸ਼ ਦੀ ਪੋਥੀ ਦੇ ਵਿੱਚ ਜੋ ਯਹੂਨਾ ਨੇ ਲਿਖਿਆ ਹੈ, ਉਹ ਕਹਿੰਦਾ ਇਹ ਲੋਕ ਨਾ ਤਾਂ ਠੰਡੇ ਹਨ ਅਤੇ ਨਾ ਹੀ ਇਹ ਤੱਤੇ ਹਨ। ਚੰਗਾ ਹੁੰਦਾ ਕਿ ਜਾਂ ਕਰੇ ਠੰਡੇ ਹੁੰਦੇ ਜਾਂ ਇਹ ਤੱਤੇ ਹੁੰਦੇ। ਇਹ ਤੇ ਨੀਮ ਗਰਮ ਹਨ। ਕਹਿੰਦਾ ਇਹਨਾਂ ਦਾ ਹਾਲ ਉਸ ਥੁੱਕ ਵਰਗਾ ਹੈ ਜਿਹੜਾ ਮੂੰਹ ਦੇ ਵਿੱਚ ਹੈ, ਨਾ ਬੰਦਾ ਉਹਨੂੰ ਅੰਦਰ ਕਰਨਾ ਚਾਹੁੰਦਾ ਹੈ, ਉਸ ਨੂੰ ਬਾਹਰ ਸੁੱਟ ਦਿੱਤਾ ਜਾਂਦਾ। ਕਹਿੰਦਾ ਨੀਮ ਗਰਮ ਹਨ। ਕਹਿੰਦਾ ਇਸੇ ਤਰ੍ਹਾਂ ਮੈਂ ਵੀ ਇਹਨਾਂ ਨੂੰ ਆਪਣੇ ਮੂੰਹ ਦੇ ਵਿੱਚੋਂ ਬਾਹਰ ਸੁੱਟ ਦੇਵਾਂਗਾ, ਕਿਉਂਕਿ ਇਹ ਦੋਗਲੇ ਹਨ। ਪ੍ਰਭੂ ਯਿਸੂ ਮਸੀਹ ਨੇ ਆਖਿਆ, ਤੁਹਾਡੀ ਹਾਂ ਦੇ ਵਿੱਚ ਤੁਹਾਡੀ ਹਾਂ ਤੇ ਤੁਹਾਡੀ ਨਾ ਦੇ ਵਿੱਚ ਤੁਹਾਡੀ ਨਾ ਹੋਣੀ ਚਾਹੀਦੀ ਹੈ। ਅੱਜ ਦੀ ਜਿਹੜੀ ਪਾਕ ਅੰਜੀਲ ਹੈ ਉਹਦੇ ਵਿੱਚ ਪ੍ਰਭੂ ਸਾਨੂੰ ਇਹੀ ਦੱਸਣਾ ਚਾਹੁੰਦੇ ਹਨ ਕਿ ਅਸੀਂ ਆਪਣੇ ਪੈਰਾਂ 'ਤੇ ਆਪ ਖੜੇ ਹੋਣ ਵਾਲੇ ਹੋਈਏ। ਇਹ ਨਹੀਂ ਕਿ ਦੂਸਰੇ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਉਣ ਵਾਲੇ ਹੋਈਏ। ਅੱਜ ਦੀ ਅੰਜੀਲ ਦਾ ਇਹੋ ਹੀ ਸੰਦੇਸ਼ ਹੈ ਕਿ ਅਸੀਂ ਆਪਣੇ ਪੈਰਾਂ 'ਤੇ ਆਪ ਖੜੇ ਹੋਣ ਵਾਲੇ ਹੋਈਏ, ਆਪਣੀਆਂ ਜ਼ਿੰਮੇਵਾਰੀਆਂ ਨੂੰ ਆਪ ਚੁੱਕਣ ਵਾਲੇ ਹੋਈਏ। ਦੂਸਰੇ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਉਣ ਵਾਲੇ ਅਸੀਂ ਨਾ ਹੋਈਏ। ਅਸੀਂ ਆਪਣੇ ਪੈਰਾਂ 'ਤੇ ਆਪ ਖੜੇ ਹੋਣਾ, ਆਪਣੀ ਜ਼ਿੰਮੇਵਾਰੀ ਨੂੰ ਆਪ ਚੁੱਕਣਾ। ਜੇਕਰ ਅਸੀਂ ਗਲਤੀ ਕੀਤੀ ਹੈ ਤਾਂ ਅਸੀਂ ਉਹਦਾ ਮੰਨਣਾ ਹੈ ਕਿ ਅਸੀਂ ਗਲਤੀ ਕੀਤੀ ਹੈ। ਇਹ ਨਹੀਂ ਕਿ ਦੂਸਰੇ ਉੱਤੇ ਥੋਪ ਦੇਣਾ। ਪਰ ਇਨਸਾਨ ਦਾ ਸੁਭਾਅ ਹੈ ਕਿ ਇਨਸਾਨ ਹਮੇਸ਼ਾ ਹੀ ਆਪਣੀ ਗਲਤੀ ਦੂਸਰਿਆਂ ਉੱਤੇ ਥੋਪਦਾ ਹੈ। ਜਿਸ ਤਰ੍ਹਾਂ ਉਤਪਤ ਦੇ ਗ੍ਰੰਥ ਦੇ ਵਿੱਚ ਅਸੀਂ ਪੜ੍ਹਦੇ ਹਾਂ, ਜਦੋਂ ਆਦਮ ਨੇ ਗੁਨਾਹ ਕੀਤਾ, ਖੁਦਾ ਨੇ ਪੁੱਛਿਆ ਤੇ ਆਦਮ ਨੇ ਕਿਹਾ, ਮੈਨੂੰ ਹਵਾ ਨੇ ਇਹ ਫਲ ਦਿੱਤਾ ਤੇ ਮੈਂ ਖਾਧਾ, ਇਹ ਮੇਰੀ ਗਲਤੀ ਨਹੀਂ ਹੈ। ਇਹ ਸੁਭਾਅ ਹੈ ਇਨਸਾਨ ਦਾ। ਅਸੀਂ ਹਮੇਸ਼ਾ ਆਪਣੀ ਜ਼ਿੰਮੇਵਾਰੀ ਨਹੀਂ ਲੈਂਦੇ ਹਾਂ ਕਿ ਮੈਂ ਗਲਤ ਹਾਂ। ਅਸੀਂ ਐਕਸੈਪਟ ਨਹੀਂ ਕਰਦੇ ਹਾਂ, ਅਸੀਂ ਮੰਨਦੇ ਨਹੀਂ ਹਾਂ ਕਿ ਇਹ ਗਲਤੀ ਮੈਂ ਕੀਤੀ ਆ। ਹਮੇਸ਼ਾ ਹੀ ਅਸੀਂ ਦੂਸਰਿਆਂ ਉੱਤੇ ਥੋਪਦੇ ਹਾਂ। ਇਸ ਲਈ ਅੱਜ ਦੀ ਜਿਹੜੀ ਅੰਜੀਲ ਹੈ ਸਾਨੂੰ ਸੰਦੇਸ਼ ਦਿੰਦੀ ਹੈ, ਸਾਡੀ ਹਾਂ ਦੇ ਵਿੱਚ ਸਾਡੀ ਹਾਂ ਤੇ ਸਾਡੀ ਨਾ ਦੇ ਵਿੱਚ ਸਾਡੀ ਨਾ ਹੋਣੀ ਚਾਹੀਦੀ ਹੈ। ਅਸੀਂ ਦੋਗਲੇ ਨਾ ਹੋਈਏ।
ਪ੍ਰਭੂ ਨੇ ਕਿਹਾ ਮੈਂ ਇਸ ਲੋਕਾਂ ਦੀ ਤੁਲਨਾ ਕਿਸ ਦੇ ਨਾਲ ਕਰਾਂ, ਇਸ ਪੀੜ੍ਹੀ ਦੀ ਤੁਲਨਾ ਮੈਂ ਕਿਸ ਨਾਲ ਕਰਾਂ। ਇਹ ਰਾਹ ਦੇ ਵਿੱਚ ਬੈਠੇ ਉਹਨਾਂ ਬੱਚਿਆਂ ਵਰਗੇ ਹਨ ਜਿਹੜੇ ਇੱਕ ਦੂਸਰੇ ਨੂੰ ਪੁਕਾਰ ਕੇ ਕਹਿੰਦੇ ਹਨ, ਅਸੀਂ ਤੁਹਾਡੇ ਲਈ ਬਾਂਸੁਰੀ ਵਜਾਈ ਅਤੇ ਤੁਸੀਂ ਨਾ ਨੱਚੇ, ਅਸੀਂ ਤੁਹਾਡੇ ਲਈ ਵੈਣ ਪਾਇਆ ਅਤੇ ਤੁਸੀਂ ਨਾ ਰੋਏ। ਕਿ ਤੁਹਾਡੇ ਵਿੱਚ ਤੁਹਾਡੀਆਂ ਭਾਵਨਾਵਾਂ ਜਿਹੜੀਆਂ ਹਨ ਉਹ ਵੀ ਸੰਪੂਰਨ ਤੌਰ 'ਤੇ ਬਾਹਰ ਨਹੀਂ ਆਉਂਦੀਆਂ ਹਨ। ਜਦੋਂ ਰੋਣ ਦਾ ਵੇਲਾ ਤੁਸੀਂ ਰੋਂਦੇ ਨਹੀਂ, ਜਦੋਂ ਹੱਸਣ ਦਾ ਵੇਲਾ ਤੁਸੀਂ ਹੱਸਦੇ ਨਹੀਂ, ਜਦੋਂ ਗਾਉਣ ਦਾ ਵੇਲਾ ਤੁਸੀਂ ਗਾਉਂਦੇ ਨਹੀਂ। ਇਹੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਭਾਵਨਾਵਾਂ ਨੂੰ ਵੀ ਪ੍ਰਗਟ ਨਹੀਂ ਕਰ ਸਕਦੇ ਹਾਂ, ਦੋਗਲੇ ਹਾਂ ਅਸੀਂ। ਇਸ ਲਈ ਪ੍ਰਭੂ ਕਹਿੰਦਾ ਕਿ ਮੈਂ ਇਹਨਾਂ ਦੀ ਤੁਲਨਾ ਕਿਸ ਨਾਲ ਕਰਾਂ, ਕਿਉਂਕਿ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਚੁੱਕਣ ਦੇ ਲਈ ਤਿਆਰ ਨਹੀਂ ਹਾਂ। ਅਸੀਂ ਜਦੋਂ ਵੀ ਕੋਈ ਗਲਤੀ ਕਰਦੇ ਹਾਂ ਅਸੀਂ ਦੂਸਰਿਆਂ 'ਤੇ ਥੋਪਦੇ ਹਾਂ। ਅਸੀਂ ਨਹੀਂ ਕਹਿੰਦੇ ਹਾਂ ਕਿ ਅਸੀਂ ਇਹ ਕੀਤਾ ਹੈ ਜਾਂ ਮੇਰੇ ਕਰਕੇ ਹੋਇਆ ਹੈ। ਪ੍ਰਭੂ ਕਹਿੰਦਾ ਤੁਹਾਨੂੰ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਦੇਣ ਦੀ ਲੋੜ ਹੈ, ਤੁਹਾਨੂੰ ਆਪਣੀਆਂ ਜ਼ਿੰਮੇਵਾਰੀਆਂ ਆਪ ਚੁੱਕਣ ਦੀ ਲੋੜ ਹੈ। ਅੰਗਰੇਜ਼ੀ ਦੇ ਵਿੱਚ ਮੈਂ ਪੜ੍ਹ ਰਿਹਾ ਸੀ, ਚਾਈਲਡ ਲਾਈਕ ਐਂਡ ਚਾਈਲਡਿਸ਼ ਵੇ। ਬੱਚਿਆਂ ਵਾਂਗ ਹੋਣਾ ਤੇ ਬੱਚਿਆਂ ਦੀ ਤਰ੍ਹਾਂ ਵਰਤਾਓ ਕਰਨਾ ਵਿੱਚ ਫਰਕ ਹੈ। ਅੱਜ ਦੀ ਅੰਜੀਲ ਉਹਦੇ ਵੱਲ ਧਿਆਨ ਦਿੰਦੀ ਹੈ। ਜੇਕਰ ਅਸੀਂ ਬੱਚਿਆਂ ਵਾਂਗ ਨਿਮਾਣੇ ਹਾਂ, ਪਵਿੱਤਰ ਹਾਂ, ਖੁਦਾ ਦੇ ਉੱਤੇ ਡਿਪੈਂਡ ਕਰਨ ਵਾਲੇ ਹਾਂ, ਨਿਰਭਰ ਕਰਨ ਵਾਲੇ ਹਾਂ, ਤਾਂ ਸਾਰੇ ਜਣੇ ਸਾਡੀ ਸ਼ਲਾਘਾ ਕਰਨਗੇ। ਜੇ ਅਸੀਂ ਬੱਚਿਆਂ ਵਾਂਗ ਆਪਣੇ ਆਪ ਨੂੰ ਬਣਾ ਕੇ ਖੁਦਾ ਦੇ ਉੱਤੇ ਨਿਰਭਰ ਕਰਦੇ ਹਾਂ, ਬੱਚਿਆਂ ਵਾਂਗ ਅਸੀਂ ਪਵਿੱਤਰ ਹਾਂ, ਬੱਚਿਆਂ ਵਾਂਗ ਅਸੀਂ ਕਹਿ ਸਕਦੇ ਹਾਂ ਕਿ ਬੱਚਿਆਂ ਵਾਂਗ ਅਸੀਂ ਬਿਨਾਂ ਕਿਸੇ ਮਤਭੇਦ ਦੇ ਹਾਂ, ਤੇ ਸਾਨੂੰ ਸਾਰੇ ਕਹਿਣਗੇ ਵਧੀਆ ਇਨਸਾਨ ਹੈ। ਤੇ ਜੇ ਅਸੀਂ ਬੱਚਿਆਂ ਵਾਲੇ ਕੰਮ ਕਰਦੇ ਹਾਂ ਫਿਰ ਸਾਰੇ ਸਾਨੂੰ ਕਹਿਣਗੇ ਨਹੀਂ, ਹਜੇ ਵੀ ਇਹ ਬੱਚਾ ਹੀ ਹੈ, ਇਹ ਮੈਚੁਰ ਨਹੀਂ ਹੋਇਆ ਹੈ, ਇਹ ਹਜੇ ਤੱਕ ਵਧਿਆ ਨਹੀਂ ਹੈ। ਸੋ ਅੱਜ ਦੀ ਅੰਜੀਲ ਨਾਲੋਂ ਨਾਲ ਸਾਨੂੰ ਇਹ ਵੀ ਦੱਸਦੀ ਹੈ ਕਿ ਅਸੀਂ ਬੱਚਿਆਂ ਵਾਂਗ ਹੋਈਏ, ਪਰ ਬੱਚਿਆਂ ਵਰਗੇ ਵੱਡੇ ਹੋ ਕੇ ਉਹ ਕੰਮ ਨਾ ਕਰੀਏ। ਸੰਤ ਪੌਲੁਸ ਆਪਣੇ ਖੱਤ ਦੇ ਵਿੱਚ ਕਹਿੰਦਾ ਹੈ, ਜਦੋਂ ਮੈਂ ਬੱਚਾ ਸੀ ਤੇ ਮੈਂ ਬੱਚਿਆਂ ਵਾਂਗ ਵਰਤਾਓ ਕਰਦਾ ਸੀ, ਹੁਣ ਮੈਂ ਵੱਡਾ ਵਾਂ ਤੇ ਮੈਂ ਵੱਡਿਆਂ ਵਾਂਗ ਵਰਤਾਓ ਕਰਦਾ ਹਾਂ। ਜੇ ਮੈਂ ਵੱਡਾ ਹੋ ਗਿਆ ਹਾਂ ਤਾਂ ਮੈਨੂੰ ਵੱਡਿਆਂ ਵਾਂਗ ਵਰਤਾਓ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਹੀ ਖੁਦਾ ਦੇ ਫਜ਼ਲ ਦੇ ਵਿੱਚ, ਇਸੇ ਤਰ੍ਹਾਂ ਹੀ ਖੁਦਾ ਦੇ ਵਿਸ਼ਵਾਸ ਦੇ ਵਿੱਚ ਸਾਨੂੰ ਵਧਣ ਦੀ ਲੋੜ ਹੈ। ਉੱਥੇ ਵੀ ਅਸੀਂ ਬੱਚਿਆਂ ਵਾਂਗ ਨਾ ਹੋਈਏ ਜਾਂ ਬੱਚਿਆਂ ਦੀ ਤਰ੍ਹਾਂ ਨਾ ਕਰੀਏ, ਸਾਨੂੰ ਉਸ ਤੋਂ ਅੱਗੇ ਵਧਣ ਦੀ ਲੋੜ ਹੈ। ਨਹੀਂ ਤਾਂ ਫਿਰ ਪ੍ਰਭੂ ਸਾਨੂੰ ਵੀ ਕਹੇਗਾ ਕਿ ਇਹਨਾਂ ਲੋਕਾਂ ਦੀ ਮੈਂ ਤੁਲਨਾ ਕਿਸ ਦੇ ਨਾਲ ਕਰਾਂ। ਪ੍ਰਭੂ ਨੇ ਉਸ ਵੇਲੇ ਉਹਨਾਂ ਲੋਕਾਂ ਨੂੰ ਕਿਹਾ, ਕਿਉਂਕਿ ਉਹਨਾਂ ਨੇ ਯਹੂਨਾ ਨੂੰ ਵੀ ਐਕਸੈਪਟ ਨਹੀਂ ਕੀਤਾ, ਉਹਨਾਂ ਨੇ ਯਹੂਨਾ ਨੂੰ ਵੀ ਸਵੀਕਾਰ ਨਹੀਂ ਕੀਤਾ, ਤਾਂ ਪ੍ਰਭੂ ਯਿਸੂ ਮਸੀਹ ਨੂੰ ਵੀ ਸਵੀਕਾਰ ਨਹੀਂ ਕੀਤਾ ਸੀ। ਕਿਉਂਕਿ ਯਹੂਨਾ ਆਇਆ, ਉਹ ਇੱਕ ਬਿਲਕੁਲ ਸਾਧ ਸੀ, ਸੰਨਿਆਸੀ ਸੀ। ਲੋਕਾਂ ਨੇ ਕਿਹਾ ਇਹਦੇ ਵਿੱਚ ਭੂਤ ਹੈ, ਨਾ ਉਹ ਕੁਝ ਖਾਂਦਾ ਸੀ ਨਾ ਕੁਝ ਉਹ ਪੀਂਦਾ ਸੀ। ਉਹਦਾ ਅਸੀਂ ਵਚਨ ਵਿੱਚ ਪੜ੍ਹਦੇ ਹਾਂ ਕਿ ਖਾਣਾ ਟਿੱਡੀਆਂ ਤੇ ਸ਼ਹਿਦ ਸੀ। ਲੋਕਾਂ ਨੇ ਕਿਹਾ ਇਹਦੇ ਵਿੱਚ ਭੂਤ ਹੈ। ਜੋ ਖੁਦਾ ਦੀ ਬਾਣੀ ਉਹ ਦੱਸਦਾ ਸੀ, ਅੱਧਿਆਂ ਨੇ ਸੁਣਿਆ ਤਾਂ ਅੱਧਿਆਂ ਨੇ ਸੁਣਿਆ ਹੀ ਨਹੀਂ, ਲੋਕਾਂ ਨੇ ਐਕਸੈਪਟ ਨਹੀਂ ਕੀਤਾ। ਪ੍ਰਭੂ ਯਿਸੂ ਮਸੀਹ ਆਇਆ ਜੋ ਆਪਣੇ ਆਪ ਨੂੰ ਪਾਪੀਆਂ ਦੇ ਨਾਲ ਜੋੜ ਕੇ ਰੱਖਦਾ ਸੀ, ਟੈਕਸ ਲੈਣ ਵਾਲਿਆਂ ਦੇ ਨਾਲ ਰਹਿੰਦਾ ਸੀ, ਆਮ ਲੋਕਾਂ ਦੇ ਵਿੱਚ ਵਿਚਰਦਾ ਸੀ, ਤਾਂ ਲੋਕਾਂ ਨੇ ਉਹਨਾਂ ਨੂੰ ਵੀ ਐਕਸੈਪਟ ਨਹੀਂ ਕੀਤਾ। ਬਹੁਤ ਸਾਰਿਆਂ ਨੇ, ਜਿਨ੍ਹਾਂ ਨੇ ਸੋਚਿਆ ਸਾਡੇ ਲਈ ਖਤਰਾ ਹੈ। ਇਸ ਲਈ ਪ੍ਰਭੂ ਨੇ ਕਿਹਾ ਮੈਂ ਇਹਨਾਂ ਦੀ ਤੁਲਨਾ ਕਿਸ ਨਾਲ ਕਰਾਂ, ਕਿਉਂਕਿ ਉਹ ਕਿਸੇ ਪਾਸੇ ਵੀ ਲੱਗਣ ਵਾਲੇ ਨਹੀਂ ਸੀ। ਕਿਤੇ ਇਹ ਨਾ ਹੋਵੇ ਕਿ ਪ੍ਰਭੂ ਸਾਨੂੰ ਵੀ ਕਵੇ ਕਿ ਮੈਂ ਇਹਨਾਂ ਦੀ ਤੁਲਨਾ ਕਿਸ ਦੇ ਨਾਲ ਕਰਾਂ।
ਕਿਉਂਕਿ ਪ੍ਰਭੂ ਕਹਿੰਦੇ ਨੇ ਤੁਹਾਡੀ ਹਾਂ ਦੇ ਵਿੱਚ ਤੁਹਾਡੀ ਹਾਂ ਤੇ ਤੁਹਾਡੀ ਨਾ ਦੇ ਵਿੱਚ ਤੁਹਾਡੀ ਨਾ ਹੋਣੀ ਚਾਹੀਦੀ। ਜਦੋਂ ਅਸੀਂ ਖੁਦਾ ਦੇ ਵਚਨ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਤਾਂ ਫਿਰ ਸਾਡੇ ਅੰਦਰ ਉਹ ਸਵਾਲ ਉੱਠਣਾ ਚਾਹੀਦਾ ਹੈ ਕਿ ਇਹ ਪ੍ਰਭੂ ਦੇ ਲਈ ਹੈ ਜਾਂ ਇਹ ਮੇਰੇ ਲਈ ਹੈ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਅਸੀਂ ਖੁਦਾ ਨੂੰ ਵੀ ਖੁਸ਼ ਕਰਨਾ ਚਾਹੁੰਦੇ ਹਾਂ ਅਤੇ ਇਨਸਾਨਾਂ ਨੂੰ ਵੀ ਖੁਸ਼ ਕਰਨਾ ਚਾਹੁੰਦੇ ਹਾਂ। ਉੱਥੇ ਆ ਕੇ ਬਹੁਤ ਵੱਡਾ ਸਵਾਲ ਪੈਦਾ ਹੁੰਦਾ, ਜਿਸ ਤਰ੍ਹਾਂ ਅੱਜ ਦੀ ਅੰਜੀਲ ਦੇ ਵਿੱਚ ਅਸੀਂ ਵੇਖਦੇ ਹਾਂ। ਅਸੀਂ ਖੁਦਾ ਨੂੰ ਵੀ ਖੁਸ਼ ਕਰਨਾ ਚਾਹੁੰਦੇ ਹਾਂ ਅਤੇ ਲੋਕਾਂ ਨੂੰ ਵੀ ਖੁਸ਼ ਕਰਨਾ ਚਾਹੁੰਦੇ ਹਾਂ, ਪਰ ਕਿਤੇ ਨਾ ਕਿਤੇ ਸਾਨੂੰ ਡਿਸੀਸ਼ਨ ਲੈਣੀ ਪੈਂਦੀ ਹੈ ਕਿ ਅਸੀਂ ਕਿਹਦੇ ਵਾਸਤੇ ਖੜ੍ਹੇ ਹੋਣਾ ਹੈ। ਅਸੀਂ ਖੁਦਾ ਦੇ ਲਈ ਖੜ੍ਹੇ ਹੋਣਾ ਹੈ ਕਿ ਜਾਂ ਅਸੀਂ ਲੋਕਾਂ ਦੇ ਲਈ ਖੜ੍ਹੇ ਹੋਣਾ ਹੈ। ਪਰ ਦੋਵਾਂ ਚੀਜ਼ਾਂ ਨੂੰ ਖੁਸ਼ ਕਰਨਾ ਬੜਾ ਔਖਾ ਹੈ, ਦੋਵਾਂ ਚੀਜ਼ਾਂ ਨੂੰ ਖੁਸ਼ ਕਰਨਾ ਔਖਾ। ਪਰ ਬਹੁਤ ਸਾਰੇ ਸੰਤ ਹੋਏ ਹੈ ਜਿਨ੍ਹਾਂ ਨੇ ਇਹ ਸਭ ਕੁਛ ਕੀਤਾ ਹੈ। ਜੇ ਖੁਦਾ ਦਾ ਫਜ਼ਲ ਹੈ ਤਾਂ ਹੋ ਸਕਦਾ ਹੈ, ਨਾ ਹੋ ਸਕੇ ਅਜਿਹੀ ਕੋਈ ਚੀਜ਼ ਨਹੀਂ ਹੈ। ਖੁਦਾ ਦੇ ਰਾਹ 'ਤੇ ਚੱਲਦੇ ਹੋਏ ਵੀ ਅਸੀਂ ਦੂਸਰਿਆਂ ਦਾ ਵੀ ਧਿਆਨ ਰੱਖ ਸਕਦੇ ਹਾਂ, ਦੂਸਰਿਆਂ ਨੂੰ ਖੁਸ਼ ਕਰ ਸਕਦੇ ਹਾਂ। ਸੋ ਅਸੀਂ ਅੱਜ ਖੁਦਾ ਦੇ ਕੋਲੋਂ ਫਜ਼ਲ ਮੰਗੀਏ ਕਿ ਅਸੀਂ ਵੀ ਖੁਦਾ ਦੇ ਯੋਗ ਸੇਵਕ ਬਣੀਏ, ਤਾਂ ਜੋ ਹਮੇਸ਼ਾ ਅਸੀਂ ਆਪਣੇ ਕੰਮਾਂ ਦੇ ਰਾਹੀਂ, ਗੱਲਾਂ ਦੇ ਰਾਹੀਂ, ਬੋਲਾਂ ਦੇ ਰਾਹੀਂ ਖੁਦਾ ਨੂੰ ਖੁਸ਼ ਕਰ ਸਕੀਏ, ਔਰ ਨਾਲੋਂ ਨਾਲ ਅਸੀਂ ਮਨੁੱਖਤਾ ਦਾ ਵੀ ਭਲਾ ਚਾਹੁੰਦੇ ਹੋਏ, ਮਨੁੱਖਤਾ ਦਾ ਵੀ ਧਿਆਨ ਕਰਦੇ ਹੋਏ ਜੋ ਸਾਡੇ ਇਰਦ ਗਿਰਦ ਹਨ, ਅਸੀਂ ਉਹਨਾਂ ਨੂੰ ਵੀ ਕਦੀ ਨਾਰਾਜ਼ ਨਾ ਕਰੀਏ। ਬਾਪ ਤੇ ਬੇਟੇ ਤੇ ਰੂਹ ਪਾਕ ਦੇ ਨਾਮ ਤੇ
ਭੈਣੋ ਤੇ ਭਰਾਓ, ਪ੍ਰਾਰਥਨਾ ਕਰੋ ਕਿ ਪੂਰੀ ਕੁਦਰਤ ਵਾਲਾ ਖੁਦਾਵੰਦ ਖੁਦਾ ਮੇਰੀ ਤੇ ਤੁਹਾਡੀ ਇਸ ਕੁਰਬਾਨੀ ਨੂੰ ਪ੍ਰਵਾਨ ਕਰੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਅਤੇ ਉਸਤਤ ਤੇ ਵਡਿਆਈ ਦੇ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਦੇ ਲਈ ਕਬੂਲ ਕਰੇ। ਐ ਪ੍ਰਭੂ, ਇਨ੍ਹਾਂ ਨਿਮਰ ਦੁਆਵਾਂ ਤੇ ਨਜ਼ਰਾਨਿਆਂ ਨੂੰ ਖੁਸ਼ੀ ਦੇ ਨਾਲ ਕਬੂਲ ਕਰ ਤੇ ਸਾਡੇ ਕੋਲ ਕੋਈ ਖੂਬੀ ਨਾ ਹੋਣ ਵਜੋਂ ਸਾਡੀਆਂ ਅਰਜ਼ਾਂ ਦੀ ਵਕਾਲਤ ਕਰਨ ਵਾਸਤੇ ਆਪਣੇ ਰਹਿਮ ਦੀ ਹਿਫਾਜ਼ਤ ਦੇ ਨਾਲ ਸਾਨੂੰ ਬਚਾਉਣ ਦੇ ਲਈ ਆ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾਵੰਦ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਆਏ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਤੇ ਯੋਗ ਤੇ ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਜਦੋਂ ਯਿਸੂ ਮਸੀਹ ਨੇ ਨੀਵਿਆਂ ਹੋ ਕੇ ਆਪਣੀ ਪਹਿਲੀ ਆਮਦ ਦੇ ਵੇਲੇ ਮਨੁੱਖੀ ਸਰੂਪ ਨੂੰ ਅਪਣਾਇਆ ਤਾਂ ਉਸਨੇ ਯੁਗਾਂ ਪਹਿਲੇ ਬਣਾਈ ਹੋਈ ਤੇਰੀ ਮੁਕਤੀ ਦੀ ਯੋਜਨਾ ਨੂੰ ਪੂਰਾ ਕੀਤਾ ਤੇ ਸਾਡੇ ਲਈ ਸਦੀਵੀ ਮੁਕਤੀ ਦਾ ਦੁਆਰ ਖੋਲ੍ਹ ਦਿੱਤਾ। ਹੁਣ ਅਸੀਂ ਦਿਲੇਰੀ ਦੇ ਨਾਲ ਉਮੀਦ ਰੱਖਦੇ ਹੋਏ ਉਸ ਦਿਨ ਦੀ ਉਡੀਕ ਕਰਦੇ ਹਾਂ ਕਿ ਜਦੋਂ ਸਾਡਾ ਪ੍ਰਭੂ ਆਪਣੀ ਸ਼ਾਨ ਦੇ ਵਿੱਚ ਫਿਰ ਆਵੇਗਾ ਤਦ ਅਸੀਂ ਉਸ ਮੁਕਤੀ ਦੇ ਹਿੱਸੇਦਾਰ ਹੋਵਾਂਗੇ ਜਿਸ ਦਾ ਸਾਡੇ ਲਈ ਵਾਅਦਾ ਕੀਤਾ ਗਿਆ ਸੀ। ਇਸ ਲਈ ਅਸੀਂ ਫਰਿਸ਼ਤਿਆਂ, ਮਹਾਫਰਿਸ਼ਤਿਆਂ ਤੇ ਸਾਰੇ ਸੁਰਗੀ ਲਸ਼ਕਰਾਂ ਦੇ ਨਾਲ ਮਿਲ ਕੇ ਤੁਹਾਡੀ ਮਹਿਮਾ ਲਗਾਤਾਰ ਕਰਦੇ ਹਾਂ। ਭਰਪੂਰ ਹਨ ਨਾਲੇ ਤੇਰੀ ਵਡਿਆਈਆਂ। ਜ਼ਮੀਨ ਅਸਮਾਨ ਭਰਪੂਰ ਹਨ ਨਾਲੇ ਤੇਰੀ ਵਡਿਆਈਆਂ। ਹੋਸਾਨਾ 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 ਹੋਸਾਨਾ। है सदा पाक 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 फरिश्ते कौन सदा। ओ तन है जो आउंदा खुदावंद दे नाते, ओ तन है जो आउंदा खुदावंद दे नाते। ਆਏ ਪ੍ਰਭੂ, ਤੂੰ ਸੱਚਮੁੱਚ ਪਾਕ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਪ ਪਾਕ ਨੂੰ ਭੇਜ ਕੇ ਨਾ ਨਜ਼ਰਾਨਿਆਂ ਨੂੰ ਪਵਿੱਤਰ ਕਰ ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸ ਨੇ ਆਪਣੀ ਮਰਜ਼ੀ ਦੇ ਨਾਲ ਆਪਣੇ ਆਪ ਨੂੰ ਦੁੱਖ ਤਸੀਹ ਦੇ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ
ਤੁਸੀਂ ਸਾਰੇ ਇਹ ਲਓ ਤੇ ਇਸ ਵਿੱਚੋਂ ਖਾਓ, ਕਿਉਂਕਿ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਐ ਮੇਰੇ ਪ੍ਰਭੂ, ਐ ਮੇਰੇ ਖੁਦਾ, ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ। ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਤੇ ਇਸ ਵਿੱਚੋਂ ਪੀਓ, ਕਿਉਂਕਿ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਦੇ ਗੁਨਾਹ ਦੀ ਮਾਫੀ ਦੇ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਐ ਮੇਰੇ ਪ੍ਰਭੂ, ਐ ਮੇਰੇ ਖੁਦਾ, ਈਮਾਨ ਦਾ ਪੇਟ। ਐ ਪ੍ਰਭੂ ਮੁਕਤੀ ਦਾਤੇ, ਅਸੀਸ ਕੁਰਬਾਨੀ ਦੇਣਾ, ਤੇਰੀ ਮੌਤ ਤੇ ਫਿਰ ਜੀ ਉਠਣ ਨੂੰ ਯਾਦ ਕਰਦੇ ਪ੍ਰਭੂ ਮੁਕਤੀ ਦਾਤੇ, ਅਸੀਸ ਕੁਰਬਾਨੀ ਦੇਣਾ, ਤੇਰੀ ਦੂਜੀ ਵਾਰੀ ਆਣੀ ਉਤੇ ਆਸ ਰੱਖਦੇ ਹਾਂ, ਆਸ ਰੱਖਦੇ ਹਾਂ। ਐ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਹਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਸਾਨੂੰ ਸਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਦੇ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਆਏ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਤੇ ਇਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਸਾਹਿਬਾਨ ਅਤੇ ਸਾਰੇ ਪੁਰੋਹਿਤਾਂ ਦੇ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਦੇ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਦੇ ਵਿੱਚ ਪੂਰੇ ਹੋ ਗਏ ਹਨ, ਇਹਨਾਂ ਦਾ ਤੂੰ ਆਪਣੀ ਪਾਕ ਹਜ਼ੂਰੀ ਦੇ ਚਰਨਾਂ ਵਿੱਚ ਸਵਾਗਤ ਕਰ। ਆਏ ਪ੍ਰਭੂ, ਅਸੀਂ ਇਹ ਬੇਨਤੀ ਕਰਦੇ ਹਾਂ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾਵੰਦ ਦੀ ਮਾਂ ਦੇ ਨਾਲ, ਉਸ ਇੱਕ ਵਾਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਤੇਰੇ ਧੰਨ ਰਸੂਲਾਂ ਦੇ ਸਾਰੇ ਸੰਤਾਂ ਦੇ ਨਾਲ, ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਜਿਉਣ ਦੇ ਹੱਕਦਾਰ ਬਣ ਜਾਈਏ ਅਤੇ ਤੇਰੇ ਬੇਟੇ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਲ ਅਸੀਂ ਤੇਰੀ ਉਸਤਤ ਅਤੇ ਵਡਿਆਈ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਉਤਦੇ ਵਿੱਚ ਤੈਨੂੰ ਇਹ ਪੂਰੀ ਕੁਦਰਤ ਵਾਲੇ ਬਾਪ ਰੂਪਾਕ ਦੀ ਏਕਤਾ ਦੇ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਆਓ ਅਸੀਂ ਸਾਡੇ ਮੁਕਤੀਦਾਤਾ ਦੇ ਹੁਕਮ ਦੇ ਮੁਤਾਬਿਕ ਅਤੇ ਉਹਦੀ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਣ ਦੀ ਦਿਲੇਰੀ ਕਰਦੇ ਹਾਂ, ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਆਏ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਦੇ ਨਾਲ ਸਾਡੇ ਦਿਨਾਂ ਦੇ ਵਿੱਚ ਸ਼ਾਂਤੀ ਦੇ, ਤਾਂ ਹੀ ਤੇਰੀ ਦਇਆ ਦੀ ਮਦਦ ਦੇ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ, ਕੁਦਰਤ ਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹ, ਤੁਸੀਂ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਤੁਸੀਂ ਸਾਡੇ ਗੁਨਾਹ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖੋ ਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਤੇ ਏਕਤਾ ਦੇਵੋ।
ਜਿੱਥੇ ਤੁਸੀਂ ਜਿਉਂਦੇ ਤੇ ਰਾਜ ਕਰਦੇ ਹੋ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੇ ਖੁਦਾ ਦੇ ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਇਹ ਵੇਖੋ ਖੁਦਾ ਦਾ ਲੀਲਾ ਜੋ ਸੰਸਾਰ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਧੰਨ ਹਾਂ ਅਸੀਂ ਜਿਹੜੇ ਲੀਲੇ ਦੇ ਭੋਜ ਦੇ ਲਈ ਸੱਦੇ ਗਏ ਹਾਂ। ਐ ਪ੍ਰਭੂ, ਮੈਂ ਇਸ ਯੋਗ ਦਾ ਨਹੀਂ ਹਾਂ ਕਿ ਤੂੰ ਮੇਰੀ ਛੱਤ ਦੇ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਦੁਆ ਪਾਕ ਸ਼ਕਤ ਲੈਣ ਤੋਂ ਪਹਿਲਾਂ ਐ ਮੁਬਾਰਕ ਮਰੀਮ, ਤੇਰਾ ਪਿਆਰਾ ਬੇਟਾ ਰੋਟੀ ਅਤੇ ਦਾਖਰਸ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸਫ, ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ, ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। ऐसी रोटी दे मुझको, ऐसा पानी दे मुझको, ऐसी रोटी दे मुझको, ऐसा पानी दे मुझको। खाकर मैं भूखा न रहूं, खाकर मैं भूखा न रहूं, पीकर मैं प्यासा न रहूं। मेरे यीशु यीशु, 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 मेरे यीशु यीशु। मेरे यीशु यीशु, मेरे यीशु यीशु, मेरे यीशु यीशु, मेरे यीशु यीशु। तेरा वचन रोटी मेरी, तेरा वचन पानी मेरा। तेरा वचन रोटी मेरी, तेरा वचन पानी मेरा। खाकर मैं भूखा न रहूं, खाकर मैं भूखा न रहूं, पीकर मैं प्यासा न रहूं। मेरे यीशु यीशु, 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 मेरे यीशु यीशु। मेरे यीशु यीशु, मेरे यीशु यीशु, मेरे यीशु यीशु, मेरे यीशु यीशु। ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਨੂੰ ਉਡੀਕਦੇ ਹਾਂ। ਉਹ ਸਾਡੇ ਨਾਸ਼ਵਾਨ ਸ਼ਰੀਰਾਂ ਨੂੰ ਆਪਣੇ ਤੇਸਵੀਂ ਸ਼ਰੀਰ ਦੀ ਸੂਰਤ ਦੇ ਵਿੱਚ ਬਦਲੇਗਾ। ਅਸੀਂ ਪ੍ਰਾਰਥਨਾ ਕਰੀਏ। ਆਏ ਪ੍ਰਭੂ, ਰੂਹਾਨੀ ਭੋਜਨ ਦੀ ਖੁਰਾਕ ਦੇ ਨਾਲ ਰਜ਼ਾਏ ਹੋਏ ਅਸੀਂ ਹਲੀਮੀ ਦੇ ਨਾਲ ਇਹ ਬੇਨਤੀ ਕਰਦੇ ਹਾਂ ਕਿ ਇਸ ਭੇਦ ਦੇ ਵਿੱਚ ਹਿੱਸਾ ਲੈਣ ਰਾਹੀਂ ਤੂੰ ਸਾਨੂੰ ਸਿਖਾ ਕਿ ਅਸੀਂ ਧਰਤੀ ਦੀਆਂ ਚੀਜ਼ਾਂ ਨੂੰ ਸਿਆਣਪ ਦੇ ਨਾਲ ਪਰਖੀਏ ਅਤੇ ਸੁਰਗ ਦੀਆਂ ਚੀਜ਼ਾਂ ਉੱਤੇ ਮਜ਼ਬੂਤੀ ਦੇ ਨਾਲ ਮਨ ਲਾਈਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾਵੰਦ ਖੁਦਾ ਬਾਪ ਅਤੇ ਬੇਟਾ ਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਪਾਕ ਮਾਸ ਦੀ ਕੁਰਬਾਨੀ ਚੜਾਈ ਗਈ ਪ੍ਰਭੂ ਦੀ ਸ਼ਾਂਤੀ ਵਿੱਚ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆਏ ਯਾਦ ਕਰ। याद कर ऐ नहायत मेहरबान कुंवारी मरियम,
ਕਈ ਕਦੀ ਇਹ ਨਹੀਂ ਸੁਣਿਆ ਗਿਆ ਕੋਈ ਵੀ ਤੇਰੀ ਪਨਾਹ ਲੱਭਦਿਆਂ ਤੇਰੀ ਮਦਦ ਚਾਹੁੰਦਿਆਂ ਤੇਰੀ ਸਿਫਾਰਿਸ਼ ਮੰਗਦਿਆਂ ਤੇਰੇ ਤੋਂ ਖਾਲੀ ਗਿਆ ਹੋਵੇ। ਐ ਕੁਆਰੀਆਂ ਦੀ ਅਤੇ ਮੇਰੀ ਮਾਂ, ਮੈਂ ਇਸ ਤਸੱਲੀ ਨਾਲ ਤੇਰੇ ਕੋਲ ਨਸਾਂ ਆਉਂਦੀ ਹਾਂ ਅਤੇ ਤੇਰੇ ਦੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇਤਾਰੀ ਹੋਏ ਕਲਾਮ ਦੀ ਮਾਂ, ਮੇਰੀ ਅਰਜ਼ਾਂ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਸ਼ਾਂਤੀ ਦੀ ਰਾਣੀ ਪਿਆਰੀ ਮਾਂ ਮਰੀਮ, ਸਾਡੇ ਲਈ ਦੁਆ ਕਰ। ਜੀਵਨ ਮਿਲਿਆ ਮਿਲਿਆ ਆਸ਼ੀਸ਼ ਤੇਰੀ, ਤੇਰੀ ਬਰਕਤ ਆਈ ਆਈ ਹੈ ਖੁਦਾ। ਜੀਵਨ ਮਿਲਿਆ ਮਿਲਿਆ ਆਸ਼ੀਸ਼ ਤੇਰੀ, ਤੇਰੀ ਬਰਕਤ ਆਈ ਆਈ ਹੈ ਖੁਦਾ। ਉਹ ਬੰਧਨ ਟੁੱਟ ਗਏ ਗਮ ਵੀ ਮੁੱਕ ਗਏ ਅਥਰੂ ਸੁੱਕ ਗਏ ਐ ਖੁਦਾ। ਟੁੱਟ ਗਏ ਗਮ ਵੀ ਮੁੱਕ ਗਏ ਅਥਰੂ ਸੁੱਕ ਗਏ ਐ ਖੁਦਾ। ਜੀਵਨ ਮਿਲਿਆ ਆਸ਼ੀਸ਼ ਤੇਰੀ, ਤੇਰੀ ਬਰਕਤ ਆਈ ਐ ਖੁਦਾ। ਮੇਰੀ ਢਾਲ ਬਣ ਜਾਂਦਾ, ਖਿਆਲ ਰੱਖਦਾ ਹਰ ਪਲ ਦਾ, ਮੇਰੇ ਸੁੱਖ ਦੁੱਖ ਦਾ ਸਾਥੀ, ਮੇਰੇ ਨਾਲ ਚੱਲਦਾ। ਮੇਰੀ ਢਾਲ ਬਣ ਜਾਂਦਾ, ਖਿਆਲ ਰੱਖਦਾ ਹਰ ਪਲ ਦਾ, ਮੇਰੇ ਸੁੱਖ ਦੁੱਖ ਦਾ ਸਾਥੀ, ਮੇਰੇ ਨਾਲ ਚੱਲਦਾ। ਨਾ ਮੈਂ ਅੱਕਣਾ ਨਾ ਮੈਂ ਥੱਕਣਾ ਕਰਾਂਗਾ ਮਹਿਮਾ ਹੈ ਖੁਦਾ। ਨਾ ਮੈਂ ਅੱਕਣਾ ਨਾ ਮੈਂ ਥੱਕਣਾ ਕਰਾਂਗਾ ਮਹਿਮਾ ਹੈ ਖੁਦਾ। ਉਹ ਬੰਧਨ ਟੁੱਟ ਗਏ ਗਮ ਵੀ ਮੁੱਕ ਗਏ ਅਥਰੂ ਸੁੱਕ ਗਏ ਖੁਦਾ। ਉਹ ਬੰਧਨ ਟੁੱਟ ਗਏ ਗਮ ਵੀ